Shall we start? Yes, ma'am. Okay. हाँ जी बेटे, am I audible to you all? कशिश तुसी हुने ज्वाइन किया है बेटे, सुन रहे थोनू ना? कशिश मैसेज ड्रॉप कर दो बेटे। चैट बॉक्स कितने मिल रहा है? हरसिमरन, am I audible to you? Yes, ma'am. Okay बेटे, बेटे आज ਆਪਾਂ ਨਾ ਮੈਂ ਤੁਹਾਨੂੰ ਪਹਿਲੇ ਤਾਂ ਬੇਸਿਕਸ ਦੱਸ ਦਿੰਨੀ ਆ। ਪਹਿਲੇ ਤਾਂ ਆਪਾਂ ਜਿਹੜੀ ਆਪਣੀ ਨੀਟ ਵਾਲੀ ਕਲਾਸ ਹੈ ਆਬਜੈਕਟਿਵਸ ਦੀ, ਪਹਿਲੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਨੀਟ ਦਾ ਪੇਪਰ ਹੈ, ਠੀਕ ਹੈ, ਉਹਦੇ ਅੰਦਰ ਆਪਾਂ ਨੂੰ ਟੋਟਲ 180 ਕੁਐਸਚਨਸ ਆਉਂਦੇ ਨੇ, ਠੀਕ ਹੈ, ਜਿਹਦੇ ਚੋਂ 45 ਕੁਐਸਚਨਸ ਤੁਹਾਡੇ ਕੈਮਿਸਟਰੀ ਦੇ ਹੁੰਦੇ ਨੇ, 45 ਕੁਐਸਚਨਸ ਤੁਹਾਡੇ ਫਿਜ਼ਿਕਸ ਦੇ ਹੁੰਦੇ ਆ ਤੇ 90 ਕੁਐਸਚਨਸ ਨੇ ਜਿਹੜੇ ਉਹ ਤੁਹਾਡੇ ਬਾਇਓਲੋਜੀ ਦੇ ਕੁਐਸਚਨਸ ਨੇ, ਠੀਕ ਹੈ। 90 ਕੁਐਸਚਨਸ ਜਿਹੜੇ ਨੇ ਉਹ ਆਪਣੇ 4 ਮਾਰਕਸ ਦੇ ਕੁਐਸਚਨਸ ਹੁੰਦੇ ਨੇ। ਆਪਣੇ ਕੋਲ ਕੰਟੈਂਟ ਸਾਰਾ ਹੀ ਹੈ ਜੋ ਆਪਣਾ +1 ਦਾ ਹੈ, +2 ਦਾ ਹੈ, ਉਹ ਸਾਰਾ ਕੰਟੈਂਟ ਆਪਣਾ ਆਪਣੇ ਚੈਪਟਰ ਦੇ ਅੰਦਰ, ਮਤਲਬ ਜਿਹੜਾ ਆਪਣੇ ਪੇਪਰ ਦੇ ਅੰਦਰ ਇਨਕਲੂਡਡ ਹੈ। ਕਲੀਅਰ? ਆਪਾਂ ਜਿਹੜਾ ਚੈਪਟਰ ਕਰ ਚੁੱਕੇ ਆ ਰੀਪਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ, ਆਪਾਂ ਇੱਥੋਂ ਦੀ ਹੀ ਸਟਾਰਟ ਕਰਾਂਗੇ ਕਿਉਂਕਿ ਇਹ ਚੈਪਟਰ ਆਪਣਾ ਹੋ ਚੁੱਕਿਆ ਹੈ, ਠੀਕ ਹੈ। ਓਕੇ, ਤਾਂ ਆਪਾਂ ਸੈਕਸ਼ੂਅਲ ਰੀਪਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ ਪਹਿਲੇ ਆਪਾਂ ਇਹਨੂੰ ਇੱਕ ਵਾਰੀ ਰਿਵਿਊ ਕਰਦੇ ਆ। ਮੈਂ ਤੁਹਾਨੂੰ ਇਹਦੇ ਨੋਟਸ ਦਊਂਗੀ, ਫਿਰ ਮੈਂ ਤੁਹਾਨੂੰ ਇਹਦੀ ਬੁੱਕ ਵੀ ਰეკਮੈਂਡ ਕਰੂੰਗੀ, ਠੀਕ ਹੈ। ਤਾਂ ਇਹ ਮਤਲਬ ਬੁੱਕ ਜਿਹੜੀ ਵੀ ਮੈਂ ਰეკਮੈਂਡ ਕਰੂੰਗੀ ਪ੍ਰੋਬੇਬਲੀ ਆਈ ਐਮ ਟਰਾਈਂਗ ਕਿ ਆਪਾਂ ਐਲੀਮੈਂਟਰੀ ਦੀ ਹੀ ਆਬਜੈਕਟਿਵਸ ਦੀ ਬੁੱਕ ਲਵਾਂਗੇ, ਠੀਕ ਹੈ। ਉਹ ਮੈंने ਆਨਲਾਈਨ ਆਰਡਰ ਕੀਤੀ ਹੋਈ ਹੈ। ਆਈ ਸੀ ਦਾ ਬੁੱਕ ਦੈਨ ਆਈ ਸੁਜੈਸਟ ਯੂ ਕਿ ਆਪਾਂ ਉਹੀ ਬੁੱਕ ਲਵਾਂਗੇ। ਹੁਣ ਬੇਟੇ ਆਪਣੇ ਕੋਲ ਆ ਗਿਆ ਸੈਕਸ਼ੂਅਲ ਰੀਪਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ। ਪਹਿਲੇ ਆਪਾਂ ਨੂੰ ਫਲਾਰ ਪਤਾ ਹੈ, ਹੁਣ ਕਿਉਂਕਿ ਆਪਾਂ ਜਿਹੜਾ ਆਪਣਾ ਸਬਜੈਕਟਿਵ ਦੀ ਕਲਾਸ ਨਹੀਂ ਕਰ ਰਹੇ, ਹੁਣ ਆਪਣੀ ਆਬਜੈਕਟਿਵ ਦੀ ਕਲਾਸ ਹੈ, ਤਾਂ ਆਪਾਂ ਕੁਝ ਪੋਰਸ਼ਨ ਜੋ ਆਪਣਾ ਸਬਜੈਕਟਿਵ ਦੇ ਅੰਦਰ ਆਪਾਂ ਡਿਟੇਲ ਚ ਕਰਦੇ ਆ ਪੇਪਰ ਪੁਆਇੰਟ ਆਫ ਵਿਊ ਦੇ ਨਾਲ, ਤਾਂ ਹੁਣ ਆਪਾਂ ਇਹਨੂੰ ਆਬਜੈਕਟਿਵਸ ਪੁਆਇੰਟ ਆਫ ਵਿਊ ਦੇ ਨਾਲ ਹੀ ਕਰਾਂਗੇ। ਫਸਟ ਆਫ ਆਲ ਆਪਾਂ ਨੂੰ ਫਲਾਰ ਦੀ ਇੰਟਰੋਡਕਸ਼ਨ ਯੂ ਆਲ ਆਰ ਨੋਇੰਗ, ਠੀਕ ਹੈ। ਫਲਾਰ ਕੀ ਸੀਗਾ ਆਪਣੇ ਕੋਲ ਬੇਟੇ? ਫਲਾਰ ਵੀ ਹੈਵ ਇਜ਼, ਫਲਾਰ ਦੇ ਅੰਦਰ ਆਪਾਂ ਨੇ ਕੀਤਾ ਸੀਗਾ ਕਿ ਆਪਣੇ ਕੋਲ ਫਲਾਰ ਦੇ ਅੰਦਰ ਆਪਾਂ ਨੇ ਕੀਤਾ ਸੀਗਾ ਸੈਪਲਸ, ਪੈਟਲਸ, ਠੀਕ ਹੈ, ਤੇ ਫਲਾਰ ਦੇ ਅੰਦਰ ਮੇਲ ਪਾਰਟ ਐਂਡ ਫੀਮੇਲ ਪਾਰਟ, ਯੈਸ অর नो। ਤਾਂ ਆਪਾਂ ਨੇ ਫਲਾਰ ਦੇ ਅੰਦਰ ਯਾਨੀ ਕਿ ਮੇਲ ਰੀਪਰੋਡਕਟਿਵ ਪਾਰਟ, एंड्रोशियम एंड फीमेल रिप्रोडक्टिव पार्ट, गायनोशियम है ਜਿਹੜਾ ਉਹ ਆਪਾਂ ਨੇ ਪਹਿਲੇ ਵੀ ਡਿਸਕਸ ਕੀਤਾ ਹੋਇਆ ਹੈ। ਹੁਣ ਆਪਾਂ ਨੇ ਅਗਰ ਤੁਹਾਨੂੰ ਲੱਗ ਰਹੀ ਹੈ ਨੀਡ ਤਾਂ ਮੈਂ ਉਹਨੂੰ ਦੁਬਾਰਾ ਤੋਂ ਐਕਸਪਲੇਨ ਕਰ ਦਿੰਦੀ ਹਾਂ। ਜਿਹੜਾ एंड्रोशियम ਸੀ ਬੇਟੇ ਉਹਦੇ ਅੰਦਰ ਆਪਾਂ ਨੇ 2 ਪਾਰਟਸ ਸਟੱਡੀ ਕੀਤੇ ਸੀਗੇ, ਐਂਥਰ ਐਂਡ ਫਿਲਾਮੈਂਟ, ਠੀਕ ਹੈ। ਹੁਣ गायनोशियम है ਜਿਹੜਾ ਉਹਦੇ ਅੰਦਰ ਆਪਾਂ ਨੇ 3 ਪਾਰਟ ਡਿਸਕਸ ਕੀਤੇ ਸੀਗੇ, ਸਟਿਗਮਾ, ਸਟਾਈਲ ਐਂਡ ਓਵਰੀ। ਹੁਣ ਆਪਾਂ ਚੱਲ ਰਹੇ ਹਾਂ ਦੁਬਾਰਾ ਫੇਰ मेल पार्ट की तरफ, स्टेमन, माइक्रोस्पोरेंजियम। 2 पार्ट हो गए। ਇਹਦੇ ਕਿਹੜੇ पार्ट ने अपने को? एक एंथर है, एक फिलामेंट है। जो अपना एंथर है बेटे वो एक बाइलॉब्ड स्ट्रक्चर है। जो एंथर है ना वो एक बाइलॉब्ड स्ट्रक्चर है। वो की है बेटे अपने को? बाइलॉब्ड स्ट्रक्चर है एंथर। ਹੁਣ अपने को की आ गया बेटे कि ਇਹ ਜਿਹੜਾ एंथर आ गया अपने को, ਇਹਨੂੰ बेटे ਆਪਾਂ ਜਦੋਂ ਆਪਾਂ ਇਹਨੂੰ ਕੀ ਕਰਦੇ ਆ, ਇਹਦਾ ਸੈਕਸ਼ਨ ਵਿਊ ਕਰਦੇ ਆ ਤਾਂ ਆਪਾਂ ਨੂੰ ਟੈਟਰਾਸਪੋਰੈਂਜੀਏਟ ਸਟਰਕਚਰ, ਐਜ਼ ਵੀ ਆਲ ਨੋ ਕਿ ਆਪਾਂ ਨੂੰ ਟੈਟਰਾਸਪੋਰੈਂਜੀਏਟ ਸਟਰਕਚਰ ਹੈ ਜਿਹੜੀ ਉਹ ਦਿਖਦੀ ਹੈ, ਠੀਕ ਹੈ। ਹੁਣ ਬੇਟੇ ਇਹਦੇ ਅੰਦਰ ਪੋਲਨ ਗ੍ਰੇਨਸ ਦੀ ਫਾਰਮੇਸ਼ਨ ਹੋਣਾ, ਮੈਂ ਤੁਹਾਨੂੰ ਇਹਨੂੰ ਡਰਾ ਕਰਕੇ ਦੱਸਦੀ ਆ ਕਿ ਮੈਨੇ वेट ए मिनट बेटे, मैं थोड़ा ड्रॉ करके दस दिया। हुण देखो बेटे सेम वही पार्ट है अपने कोल, आपां एक फ्लावर
ਦਾ ਸਟਰਕਚਰ ਹੈ ਜਿਹੜਾ ਉਹ ਡਰਾ ਕੀਤਾ, ਆਪਣੇ ਕੋਲ ਪੈਟਲਸ ਹੋ ਗਏ, ਠੀਕ ਹੈ। ਹੁਣ ਆਪਣੇ ਕੋਲ ਆ ਸੈਂਟਰ ਦੇ ਅੰਦਰ ਫੀਮੇਲ ਦਾ ਪਾर्ट हो गया बेटे, फीमेल रिप्रोडक्टिव सिस्टम आ गया, ठीक है। साइड पे अपने कोल आ गए इथे ਇਹਦੇ मेल रिप्रोडक्टिव पार्ट, ठीक है। ਇਹ मेल रिप्रोडक्टिव पार्ट्स ਦਾ ਜਿਹੜਾ ਨੰਬਰ ਹੈ ਉਹ ਜ਼ਿਆਦਾ ਹੋ ਸਕਦਾ ਹੈ। ਆ ਦੇਖ मेल रिप्रोडक्टिव पार्ट, ਹੁਣ ਮੈਂ ਇਸ मेल रिप्रोडक्टिव पार्ट ਨੂੰ ਜਦੋਂ ਆਪਾਂ ਨੇ ਵਿਜ਼ੂਅਲਾਈਜ਼ ਕੀਤਾ, ਮੈਂ ਇਸ ਪੋਰਸ਼ਨ ਨੂੰ ਅਗਰ ਬਾਹਰ ਬਣਾ ਕੇ ਦਿਖਾਇਆ ਐਸ ਵੀ नो कि ਇਹ ਇੱਕ ਆਪਣੇ ਕੋਲ ਬਾਈ ਲਾਅ ਆਫ ਦ ਸਟਰਕਚਰ ਹੈ। ਹੁਣ ਇੱਥੋਂ ਦੀ ਜਿਹੜਾ ਆਪਣਾ MCQ ਬਣਦਾ ਉਹ ਕੀ ਹੈ ਕਿ ਜਿਹੜਾ ਪੋਲਨ ਗ੍ਰੇਨ ਹੈ ਉਹ ਬਾਈ ਲਾਅ ਆਫ ਦ ਸਟਰਕਚਰ ਹੈ ਜਾਂ ਟ੍ਰਾਈ ਲਾਅ ਆਫ ਦ ਸਟਰਕਚਰ ਹੈ, ਟੈਟਰਾ ਲਾਅ ਆਫ ਦ ਸਟਰਕਚਰ ਹੈ। ਤਾਂ ਬਾਹਰੋਂ ਦੀ ਦਿਖਿਆ ਆਪਾਂ ਨੂੰ ਬਾਈ ਲਾਅ ਆਫ ਦ ਸਟਰਕਚਰ। ਹੁਣ ਜਦੋਂ ਮੈਂ ਇਸ ਸਟਰਕਚਰ ਨੂੰ ਫੇਰ ਵਿਜ਼ੂਅਲਾਈਜ਼ ਕੀਤਾ ਤਾਂ ਵੀ ਨੋ ਕਿ ਆਪਾਂ ਨੂੰ ਇਸ ਤਰੀਕੇ ਦੀ ਇੱਕ ਟੈਟਰਾਸਪੋਰੈਂਜੀਏਟ ਸਟਰਕਚਰ ਹੈ ਜਿਹੜੀ ਉਹ ਦਿਖਦੀ ਹੈ, ਠੀਕ ਹੈ। we know that कि ਆਪਾਂ ਨੂੰ ਇੱਕ ਟੈਟਰਾਸਪੋਰੈਂਜੀਏਟ ਸਟਰਕਚਰ ਦਿਖਦੀ ਹੈ, ਠੀਕ ਹੈ। ਇੱਕ ਬੇਟੇ 1-2 ਦਿਨ ਆਪਾਂ ਨੂੰ ਪ੍ਰੋਬਲਮ ਆਊਗੀ ਕਿਉਂਕਿ ਇਹ ਮੇਰੇ ਲਈ ਨਵਾਂ ਆਬਜੈਕਟ ਹੈ। ਬਸ ਇੱਕ ਅੱਧੇ ਦਿਨ ਚ ਮੈਨੂੰ ਇਹ ਸਾਰਾ ਜਿਹੜਾ ਡਿਜੀਟਲ ਸਿਸਟਮ ਹੈ ਸਮਝ ਆ ਜਾਊਗਾ, then we will not face any kind of the problem। ਤਾਂ ਇੱਕ ਅੱਧਾ ਦਿਨ ਮੇਰੇ ਨਾਲ ਕੋਆਪਰੇਟ ਕਰਿਓ, ਠੀਕ ਹੈ, ਤਾਂ ਕਿ ਮੈਨੂੰ ਇਹਦੇ ਗ੍ਰਾਫਿਕਸ ਦੇ ਨਾਲ ਥੋੜਾ ਡੀਲ ਕਰਨਾ ਆ ਜਾਏ, ਫਿਰ ਆਪਾਂ ਨੂੰ ਹੌਲੀ ਹੌਲੀ ਕੋਈ ਪ੍ਰੋਬਲਮ ਨਹੀਂ ਆਣੀ। within a day or two I'll learn all the things, ठीक है। ਹੁਣ ਆਪਣੇ ਕੋਲ ਟੈਟਰਾਸਪੋਰੈਂਜੀਏਟ ਸਟਰਕਚਰ ਹੈ, ਦੇਖੋ ਬੇਟੇ ਇਹਦਾ ਫਰਸਟ ਲੌਬ ਹੋ ਗਿਆ, ਇਹਦਾ ਸੈਕੰਡ ਲੌਬ ਹੋ ਗਿਆ, ਇਹਦਾ ਥਰਡ ਲੌਬ ਹੈ, ਇਹਦਾ ਫੋਰਥ ਲੌਬ ਹੈ, ਠੀਕ ਹੈ। ਹੁਣ ਜਦੋਂ ਆਪਾਂ ਨੇ ਇਹਨਾਂ ਨੂੰ ਮਾਈਕਰੋਸਕੋਪਿਕਲੀ ਦੇਖਿਆ, ਆਪਾਂ ਇਹਨਾਂ ਸਾਰਿਆਂ ਨੂੰ ਮੈਂ ਇਹਦੇ ਇੱਕ ਪੋਰਸ਼ਨ ਨੂੰ ਮਾਈਕਰੋਸਕੋਪਿਕਲੀ ਕੱਢ ਲਿਆ, ਠੀਕ ਹੈ। ਮਾਈਕਰੋਸਕੋਪਿਕਲੀ ਜਦੋਂ ਆਪਾਂ ਨੇ ਇਸ ਸਟਰਕਚਰ ਨੂੰ ਦੇਖਿਆ ਤਾਂ what I will see, ठीक है। ਮਾਈਕਰੋਸਕੋਪਿਕਲੀ ਦੇਖਦੇ ਹਾਂ। ਹੁਣ ਸੇਮ ਸਟਰਕਚਰ ਆਪਾਂ ਇੱਥੇ ਦੁਬਾਰਾ ਡਰਾ ਕਰਦੇ ਹਾਂ ਕਿਉਂਕਿ ਉੱਥੇ ਥੋੜੀ ਜਿਹੀ ਡਾਇਗਰਾਮ ਕੱਟ ਗਈ ਸੀਗੀ। ਆ ਬੇਟੇ ਆਪਣੇ ਕੋਲ ਸੇਮ ਟੂ ਸੇਮ ਜਿਹੜੀ ਡਾਇਗਰਾਮ ਹੈ ਉਹ ਮੈਂ ਬਣਾਤੀ। ਹੁਣ ਇਹਦੀ ਸਭ ਤੋਂ ਬਾਹਰ ਵਾਲੀ ਜਿਹੜੀ ਲੇਅਰ ਹੈ ਬੇਟੇ ਇੱਥੇ ਫਰਸਟ ਲੇਅਰ ਆਫ ਦਾ ਸੈਲਸ, ਆ ਜਿਹੜੀ ਮੇਰੀ ਫਰਸਟ ਲੇਅਰ ਆਫ ਦਾ ਸੈਲਸ ਆ ਹੋ ਗਈ ਸੈਕੰਡ ਲੇਅਰ। ਇਹ ਜਿਹੜੀ ਵੈਰੀ ਫਰਸਟ ਹੈ ਐਪੀਡਰਮਲ ਲੇਅਰ, ਠੀਕ ਹੈ, ਐਸ ਵੀ ਆਲ ਨੋ। ਆ ਸੈਕੰਡ ਲੇਅਰ ਹੈ ਬੇਟੇ ਐਂਡੋਥੀਸ਼ੀਅਮ। ਫਰਸਟ ਲੇਅਰ ਕਿਹੜੀ ਹੈ ਐਪੀਡਰਮਿਸ। ਹੁਣ ਆਪਾਂ ਨੂੰ ਇੱਥੋਂ ਦੀ ਵੀ ਇੱਕ MCQ ਆ ਸਕਦਾ ਕਿ ਆਊਟਰ ਲੇਅਰ ਦਾ ਨਾਮ ਕੀ ਹੈ, ਠੀਕ ਹੈ। ਜਦੋਂ ਆਪਾਂ ਇੱਕ ਐਂਥਰ ਨੂੰ ਕੱਟਿਆ ਤਾਂ ਆਪਣੇ ਕੋਲ ਆਊਟਰ ਲੇਅਰ ਦਾ ਨਾਮ ਕੀ ਆਇਆ, 4 ਆਪਸ਼ਨਸ ਆ ਗਈਆਂ, ਚਾਰੋਂ ਆਪਸ਼ਨਸ ਚੋਂ ਆਪਾਂ ਨੇ ਦੱਸਣਾ ਹੈ। ਸੈਕੰਡ ਲੇਅਰ ਦਾ ਨਾਮ ਕੀ ਹੈ ਐਂਡੋਥੀਸ਼ੀਅਮ ਹੈ ਬੇਟੇ, ਐਂਡੋਥੀਸ਼ੀਅਮ ਇਜ਼ ਦਾ ਵੈਰੀ ਸੈਕੰਡ ਲੇਅਰ। ਉਸ ਤੋਂ ਬਾਅਦ ਆਪਣੇ ਕੋਲ ਬੇਟੇ अपने को 3 to 4 layers of cells, middle 1 to 3 layer आ गई, middle 1 to 3 layer आ गया। फिर अपन ने क्या सीगा कि अपने कोल टैपेटम है जेड़ा वो प्रेजेंट है, सब तो नीचे जेड़ा है अपने कोल टिश्यू है, ठीक है, स्पोरोजीनस टिश्यू दे सेल्स प्रेजेंट। क्लियर। पहले तो अपन इन्हां तिन्ना लेयर्स दे नाम ही कंफर्म होने चाहिए कि फर्स्ट लेयर केड़ी है, सेकंड लेयर केड़ी है, थर्ड लेयर केड़ी है, फोर्थ लेयर केड़ी है, ते ओदे अंदर जेड़ा फिफ्थ स्पोरोजीनस टिश्यू है उस टिश्यू दा काम की है। हुण देखो टिश्यू दे अंदर जेड़े सेल्स ने ना बेटे वो अपने कोल की ने, टिश्यू दे जेड़े सेल्स ने बेटे वो सेल्स दा काम की है। आ मेरे कोल मान लो आ पहला तो आप तीनों लेयर्स दा फंक्शन दे दिया, चारों लेयर्स दा। जेडी एपिडर्मिस है फर्स्ट, एंडोथीशियम है सेकंड एंड थर्ड मेरे को आ गई मिडल 1 to 3। इन्हां तीनों दा काम हुंदा प्रोटेक्शन प्रोवाइड करना, दे विल प्रोवाइड द प्रोटेक्शन, ठीक है। हुण जेडी टैपेटम है वो कुछ यूबिश ग्रेन्यूल्स रिलीज करती है, ठीक है, यानी कि वो कुछ स्टिकी सब्सटेंसेस रिलीज करती है। ਜਦੋਂ ਇੱਕ ਪੋਲਨ ਗ੍ਰੇਨ ਕਿਸੇ ਪਲਾਂਟ ਦੇ ਉੱਪਰ ਜਾ ਕੇ ਉਹਦੇ ਫੀਮੇਲ ਪਾਰਟ ਦੇ ਉੱਪਰ ਜਾ ਕੇ ਸਟਿਕ ਕਰੂਗਾ, ਦੇਖੋ ਆ ਇੱਕ ਫੀਮੇਲ ਪਾਰਟ ਹੋ ਗਿਆ। ਹੁਣ ਆਪਾਂ ਨੂੰ ਇੰਨਾ ਤਾਂ ਪਤਾ ਨਾ, ਆਪਾਂ ਬਹੁਤ ਦੀ ਬਿਲਕੁਲ ਕਿਉਂਕਿ ਆਪਾਂ ਇਹ ਚੈਪਟਰ ਪਹਿਲੇ ਕਰ ਚੁੱਕੇ ਆ। ਆ ਫੀਮੇਲ ਦਾ ਸਟਿਗਮਾ ਪਾਰਟ ਹੈ, ਇਹਦੇ ਉੱਪਰ ਜਾ ਕੇ ਆ ਪੋਲਨ ਗ੍ਰੇਨਸ ਗਿਰ ਗਏ। ਦੇਖੋ ਮੰਨ ਲਓ ਇਹਨਾਂ ਕੋਲ ਕੋਈ ਸਟਿਕੀ ਸਬਸਟੈਂਸ ਨਾ ਹੋਏ, ਜਿਵੇਂ ਆਪਾਂ ਨੇ ਕਿਸੇ ਸਰਫੇਸ ਦੇ ਉੱਪਰ ਕੋਈ ਪਾਊਡਰ ਸਪ੍ਰਿੰਕਲ ਕੀਤਾ, ਜੇ ਤਾਂ ਉੱਥੇ ਕੋਈ ਆਇਲ ਲਾਈਕ स्ट्रक्चर प्रेजेंट है तो उत्थे स्टिक करूगा, नहीं तो उत्थों दी नीचे गिर जाऊगा ना। तो दैट इज व्हाई जेडी टैपेटम है वो कुछ स्टिकी सब्सटेंसेस रिलीज करती है, ठीक है।
ਸਟਿਕੀ ਸਬਸਟੈਂਸਸ ਨੇ ਜਿਹੜੇ ਉਹ ਇਹਨੂੰ ਫੀਮੇਲ ਦੇ ਪਾਰਟ ਦੇ ਉੱਪਰ ਜਾ ਕੇ ਸਟਿਕ ਹੋਣ ਚ ਹੈਲਪ ਕਰਦੇ। ਠੀਕ ਹੈ, ਤਾਂ ਇਹ ਆਪਣੇ ਕੋਲ ਹੋ ਗਿਆ ਫੀਮੇਲ ਦੇ ਸਰਫੇਸ ਦੇ ਉੱਪਰ ਜਾ ਕੇ ਸਟਿਕ ਹੋਣ ਚ ਇਹਨੂੰ ਹੈਲਪ ਕਰਦੀ ਹੈ। ਹੁਣ ਆ ਜਾਓ, ਹੁਣ ਟੈਪੇਟਮ ਦੇ ਨੀਚੇ ਸਪੋਰੋਜੀਨਸ ਟਿਸ਼ੂ ਹੈ। ਆ ਦੇਖੋ ਇੱਥੇ ਸਪੋਰੋਜੀਨਸ ਟਿਸ਼ੂ ਹੈ। ठीक है, इस स्पोरोजीनस टिश्यू चो कोई भी सेल, ठीक है, दे विल स्टार्ट टू फॉर्म द पोलन ग्रेन्स। पोलन ग्रेन्स किवें बनाएंगे, उन्हां चो अपने आप ही कुछ सेल्स एज अ मदर सेल या आपां कह सकते हैं कि प्राइमरी जेडे सेल्स ने उन्हां दी तरह एक्ट करन लग जाएंगे। ठीक है, प्राइमरी जेडे मेल सेल्स ने उन्हां दी तरह एक्ट करनगे and they will undergo a process meiosis। ठीक है, इत्थे क्वेश्चन आ बन गया कि जेडे अपने कोल प्राइमरी सेल्स ने ਉਹ ਕਿਹੜੀ ਪ੍ਰੋਸੈਸ ਦੇ ਅੰਡਰਗੋ ਜਾਣਗੇ। ਤਾਂ ਪ੍ਰੋਸੈਸ ਦੇ ਅੰਦਰ ਆਪਸ਼ਨਸ ਦੇਤੀਆਂ ਆਪਾਂ ਨੂੰ। ਠੀਕ ਹੈ, ਚਾਰ ਆਪਸ਼ਨਸ ਆਈਆਂ। ਫਰਸਟ ਇਜ਼ ਮਾਈਟੋਸਿਸ। ਪਹਿਲੀ ਗੱਲ ਤਾਂ ਸਾਰੇ ਬੱਚੇ ਇੱਥੇ ਹੀ ਕੰਫਿਊਜ਼ ਹੋ ਜਾਂਦੇ ਆ ਕਿ ਮਾਈਟੋਸਿਸ ਹੋਈ ਜਾਂ ਮੀਓਸਿਸ ਹੋਈ, ਕਿਉਂਕਿ ਇਹ ਸੈਲਸ ਦੋਨੋਂ ਪ੍ਰੋਸੈਸਸ ਕਰਦੇ ਆ। ਪਹਿਲਾਂ ਤਾਂ ਇਹ ਮੀਓਸਿਸ ਕਰਨਗੇ, ਫਿਰ ਇਹ ਮਾਈਟੋਸਿਸ ਕਰਨਗੇ। ਠੀਕ है, तो अपने कोल की आ गया बेटे, पहले माइटोसिस है, फिर अपने कोल पहले अपने कोल की ऑप्शन च माइटोसिस है, लेकिन एक्चुअल च अपने कोल की होया पहले मियोसिस हो रही है। ठीक है, तो ये जेडे सेल्स ने ये प्राइमरी सेल्स ने, ये प्राइमरी सेल्स मियोसिस करनगे ते अपने कोल चारों दे चारों सेल्स की होंगे बेटे, वो चारों दे चारों सेल्स एक्टिव पोलन ग्रेन्स दी तरह एक्ट करनगे। ठीक है, एक मिनट बेटे, तो ये चारों दे चारों सेल्स की हो जाएंगे एक्टिव मेल सेल्स की तरह लेटर ऑन रिएक्ट करेंगे। ठीक है, तो एक अपने को इत्थे कई क्वेश्चंस बन गए। आउटर लेयर का नाम की है, उस टिश्यू का नाम की है जो कि टेपेटम दे नीचे प्रेजेंट है, स्पोरोजीनस टिश्यू। स्पोरोजीनस टिश्यू का फंक्शन की है, पहले आपाने उन्होंने अपने सब्जेक्टिव पॉइंट ऑफ व्यू दे नाल पढ़िया सीगा। ਹੁਣ ਆਪਾਂ ਨੂੰ ਆਬਜੈਕਟਿਵ ਪੁਆਇੰਟ ਆਫ ਵਿਊ ਦੇ ਨਾਲ ਕੱਲੀ ਲਾਈਨ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਆਊਟਰ ਲੇਅਰਸ ਨੇ ਉਹਨਾਂ ਦਾ ਫੰਕਸ਼ਨ ਕੀ ਹੈ, ਇਨਰ ਲੇਅਰ ਹੈ ਜਿਹੜੀ ਉਹਦਾ ਫੰਕਸ਼ਨ ਕੀ ਹੈ। ਠੀਕ ਹੈ, ਹੁਣ ਆਪਣਾ ਸਰਫੇਸ ਫਿਰ ਕਲੀਨ ਹੋ ਗਿਆ। ਹੁਣ ਆਪਾਂ ਬੇਟੇ ਕੀ ਕਰ ਰਹੇ ਹਾਂ, ਆਪਣੇ ਕੋਲ ਆ ਗਿਆ ਕਿ we have a sporogenous tissue। ਆਪਣੇ ਕੋਲ sporogenous tissue ਆ ਗਿਆ। ਹੁਣ ਆਪਾਂ ਇਸ sporogenous tissue ਨੂੰ ਆ sporogenous tissue ਦੇ ਸੈਲਸ ਹੋ ਗਏ। ठीक है, ਹੁਣ ਇਹਨਾਂ ਚੋਂ ਕੁਝ ਸੈਲਸ ਐਜ਼ ਅ ਪ੍ਰਾਇਮਰੀ ਮਦਰ ਸੈਲਸ ਐਕਟ ਕਰਨੇ ਸ਼ੁਰੂ ਹੋ ਗਏ। ਪ੍ਰਾਇਮਰੀ ਮਦਰ ਸੈਲਸ ਦਾ ਮਤਲਬ ਕੀ ਹੈ, ਉਹ ਸੈਲਸ ਜੋ ਕਿ ਡਿਵਾਈਡ ਹੋਣਗੇ। ਠੀਕ ਹੈ, ਇਹਨਾਂ ਚੋਂ ਬਹੁਤ ਸਾਰੇ ਸੈਲਸ ਐਕਟਿਵਲੀ ਪਾਰਟਿਸਿਪੇਟ ਕਰਦੇ। ਕੋਈ ਇੱਕ ਸੈਲ ਨਹੀਂ ਹੁੰਦਾ, ਉਹ ਆਪਾਂ ਸਮਝਣ ਲੱਗੇ ਕਹਿ ਦਿੰਦੇ ਮੈਨੀ ਆਫ ਦਾ ਸੈਲਸ, ਬਹੁਤ ਸਾਰੇ ਪੋਲਨ ਗ੍ਰੇਨਸ ਬਣਦੇ ਆ। ਮੈਨੀ ਆਫ ਦਾ ਸੈਲਸ ਦੇ ਵਿਲ ਸਟਾਰਟ ਟੂ ਡਿਫਰੈਂਸ਼ੀਏਟ। ਠੀਕ ਹੈ, ਮੈਂ ਇਹਨਾਂ ਚੋਂ ਕੋਈ ਵੀ ਇੱਕ ਸੈਲ ਡਰਾ ਕਰ ਲਿਆ। ਠੀਕ ਹੈ, ਦਿਸ ਇਜ਼ ਦਾ ਵਨ ਸੈਲ। ਹੁਣ ਇਹ ਸੈਲ ਨੇ ਕੀ ਕੀਤਾ ਜੀ, ਇਸ ਸੈਲ ਨੇ ਮਿਓਸਿਸ ਕੀਤੀ, ਇਹਨੇ ਚਾਰ ਸੈਲਸ ਪ੍ਰੋਡਿਊਸ ਕਰਤੇ 1 2 3 4। ਇਹਦੀ ਇਕੁਏਸ਼ਨ ਹੋਰ ਆਂਦਾ ਬੇਟੇ ਕਿ ਜਿਹੜੀ ਮਿਓਸਿਸ ਹੈ ਉਸ ਪ੍ਰੋਸੈਸ ਦੇ ਐਜ਼ ਅ ਰਿਜ਼ਲਟ ਲਾਸਟ ਚ ਕਿਹੜੇ ਸੈਲਸ ਪ੍ਰੋਡਿਊਸ ਹੁੰਦੇ ਆ। ਦ ਸੈਲਸ ਵਿਲ ਬੀ ਡਿਪਲੋਇਡ ਇਨ ਨੇਚਰ ਔਰ ਦ ਸੈਲਸ ਵਿਲ ਬੀ ਹੈਪਲੋਇਡ ਇਨ ਨੇਚਰ। ਠੀਕ ਹੈ, ਵੈਸੇ ਤਾਂ ਇਹ +1 ਦਾ ਕੁਐਸਚਨ ਹੈ, ਆਪਾਂ ਨੂੰ +1 ਤੋਂ ਹੀ ਪਤਾ ਹੋਣਾ ਚਾਹੀਦਾ ਹੈ। ਠੀਕ ਹੈ, ਬਟ the cells will be अपने कोल की आ जाएंगे meiosis तो बाद the cells will be haploid in nature। ठीक है, तो 46 दा नंबर है जेड़ा और reduce होके की बन जाऊगा 23 बन जाऊगा। तो अपने कोल की हो गया, हुन मैं इन्हां चों एक सेल ले लिया, आ एक सेल, ये चारों पोलन ग्रेन्स बनाएंगे, एक सेल डिफरेंशिएट होया, मेरे कोल चार सेल्स ने जेड़े प्रोड्यूस हो गए। ठीक है, हुन ये चारों सेल्स मेरे कोल चार एक्टिव पोलन ग्रेन्स बननगे। ठीक है, क्लियर। इन फ्यूचर ये मेरे कोल चार पोलन ग्रेन्स ने एक्टिव, बट मैं की कर रही हां, मैं इन्हां चों एक पोलन ग्रेन नु चूज कर रही हां। ठीक है, आई विल चूज वन सेल आउट ऑफ दीज। ठीक है, मैंने इन्हां चों एक सेल चूज कर लिया। पहले आई विल चूज वन सेल। ਹੁਣ ਮੈਂ ਇਹਨਾਂ ਚੋਂ ਇੱਕ ਸੈਲ ਜਦੋਂ ਚੂਜ਼ ਕੀਤਾ ਬੇਟੇ ਤਾਂ ਉਹਨਾਂ ਦੇ ਅੰਦਰ ਕੀ ਹੋਇਆ, ठीक है, आ सेल मैंने चूज कर लिया।
ਆ ਸੈੱਲ ਆ ਗਿਆ, ਇਹ ਸੈੱਲ ਦੇ ਅੰਦਰ ਇਹਦਾ ਨਿਊਕਲੀਅਸ ਪ੍ਰੈਜ਼ੈਂਟ ਹੈ, ਠੀਕ ਹੈ। ਹੁਣ ਦੇਖੋ, ਹੁਣ ਇਹ ਸੈੱਲ ਪਹਿਲਾਂ ਆਪਣੇ ਸਾਈਜ਼ ਦੇ ਅੰਦਰ ਇੰਕਰੀਜ਼ ਹੋਣਾ ਸ਼ੁਰੂ ਹੋ ਜਾਊਗਾ। ਜਦੋਂ ਇਹ ਸਾਈਜ਼ ਦੇ ਅੰਦਰ ਇੰਕਰੀਜ਼ ਹੋਊਗਾ, ਇਹਦਾ ਸਾਈਟੋਪਲਾਜ਼ਮ ਹੈ ਜਿਹੜਾ ਉਹ ਐਜ਼ ਇਟ ਇਜ਼ ਰਹੂਗਾ, ਠੀਕ ਹੈ। ਹੁਣ ਇੱਥੇ ਕੁਐਸਚਨ ਬਣ ਗਿਆ, the cytoplasm when the we can say the primary cell or ਇਹਨੂੰ ਆਪਾਂ secondary cell ਕਹਿ ਦਿੰਦੇ ਆ, ਠੀਕ ਹੈ, ਕਿਉਂਕਿ ਆ primary cell ਸੀਗਾ, ਇਹ ਡਿਵਾਈਡ ਹੋਇਆ ਤਾਂ ਇਹਦੇ ਕੋਲ ਤੋਂ ਆਪਣੇ ਕੋਲ secondary cells ਬਣ ਗਏ। ਜਦੋਂ ਇਹ ਸੈੱਲ ਨੇ ਪੋਲਨ ਗ੍ਰੇਨ ਦੇ ਅੰਦਰ ਕਨਵਰਟ ਹੋਣਾ ਸਟਾਰਟ ਕੀਤਾ ਤਾਂ ਆਪਣੇ ਕੋਲ ਸਾਈਟੋਪਲਾਜ਼ਮਿਕ ਰੇਸ਼ੋ ਹੈ ਜਿਹੜੀ ਕਿ ਉਹ ਰੇਸ਼ੋ ਇੰਕਰੀਜ਼ ਹੋਈ, ਤਾਂ ਆਪਣੇ ਕੋਲ ਆਨਸਰ ਵਿਲ ਬੀ ਕਿ ਆਪਣੇ ਕੋਲ ਸਾਈਟੋਪਲਾਜ਼ਮਿਕ ਤੇ ਜਿਹੜੀ ਆਪਣੀ ਨਿਊਕਲੀਅਰ ਰੇਸ਼ੋ ਹੈ ਦੇ ਵਿਲ ਰਿਮੇਨ ਦਾ ਸੇਮ, ਠੀਕ ਹੈ। ਹੁਣ ਦੇਖੋ, ਹੁਣ ਇੱਕ ਚੀਜ਼ ਹੈ, ਸੈੱਲ ਦਾ ਸਾਈਜ਼ ਤਾਂ ਇੰਕਰੀਜ਼ ਹੋ ਗਿਆ, ਉਹਦੇ ਅੰਦਰ ਸਾਈਟੋਪਲਾਜ਼ਮ ਉਹਨੇ ਦਾ ਓਨਾ ਹੀ ਹੈ। ਜੇ ਕਿਸੇ ਸੈੱਲ ਦੇ ਅੰਦਰ ਸਾਈਟੋਪਲਾਜ਼ਮ ਦਾ ਕੰਟੈਂਟ ਓਨਾ ਹੀ ਹੈ ਤਾਂ ਉਹਦੇ ਅੰਦਰ ਕੀ ਹੋਊਗਾ, ਸੈੱਲ ਵੱਡਾ ਹੋ ਜਾਊਗਾ ਤਾਂ ਉਹਦੇ ਅੰਦਰ ਵੈਕਿਊਲਸ ਆਣੇ ਸਟਾਰਟ ਹੋ ਜਾਣਗੇ ਨਾ, ਆਏ ਦੇ ਅੰਦਰ ਵੈਕਿਊਲਸ ਆ ਗਏ, ਇਹਦਾ ਨਿਊਕਲੀਅਸ ਹੈ ਸੈੱਲ ਦਾ, ਦਿਸ ਇਜ਼ ਦ ਨਿਊਕਲੀਅਸ ਆਫ ਦਾ ਸੈੱਲ। ਹੁਣ ਦੇਖੋ, ਹੁਣ ਇਸ ਸੈੱਲ ਤੋਂ ਬੇਟੇ ਕੀ ਹੋਊਗਾ, what will be there, ਇਹਦਾ ਨਿਊਕਲੀਅਸ ਹੈ ਜਿਹੜਾ ਉਹ ਡਿਵਾਈਡ ਹੋ ਜਾਊਗਾ, ਠੀਕ ਹੈ, ਐਜ਼ ਅ ਰਿਜ਼ਲਟ ਆਫ ਸਾਈਟੋਪਲਾਜ਼ਮਿਕ ਪ੍ਰੈਸ਼ਰ ਜਿਹੜਾ ਨਿਊਕਲੀਅਸ ਹੈ ਉਹ ਦੋ ਪਾਰਟਸ ਦੇ ਅੰਦਰ ਡਿਵਾਈਡ ਹੋ ਗਿਆ, ਠੀਕ ਹੈ, 2 ਹੋ ਗਏ। ਹੁਣ ਇਹਨਾਂ ਚੋਂ ਕੀ ਹੁੰਦਾ ਬੇਟੇ, ਇੱਕ ਨਿਊਕਲੀਅਸ ਤਾਂ ਸੈੱਲ ਦੀ ਇਸ ਸਰਫੇਸ ਦੇ ਨਾਲ ਹੀ ਅਟੈਚ ਹੋ ਗਿਆ, ਠੀਕ ਹੈ, ਆ ਰਿਹਾ, ਇੱਕ ਆਪਣੇ ਕੋਲ ਸੈਂਟਰ ਚ ਆ ਗਿਆ, ਠੀਕ ਹੈ। ਇਹ ਸੈੱਲ ਕੀ ਹੈ, ਇਹ ਨਿਊਕਲੀਅਸ ਕਿਹੜਾ ਹੈ ਬੇਟੇ, ਦਿਸ ਇਜ਼ ਵੈਜੀਟੇਟਿਵ ਨਿਊਕਲੀਆਈ ਆਫ ਦਾ ਸੈੱਲ and this will be generative nuclei of the cell। देखो, ਹੁਣ ਆ ਸਟੇਜ ਹੈ ਕਿ ਜਦੋਂ ਇੱਕ ਪੋਲਨ ਗ੍ਰੇਨ ਆਪਣੀ ਸਰਫੇਸ ਤੋਂ ਬਾਈ ਪੋਲੀਨੇਸ਼ਨ, ਉੱਥੇ ਕੀ ਹੋਇਆ ਪ੍ਰੋਸੈਸ, ਪੋਲੀਨੇਸ਼ਨ ਹੋਈ, ਉਹ ਆਪਣੀ ਸਰਫੇਸ ਤੋਂ ਉੜ ਗਿਆ। ਆ ਸਟੇਜ ਹੈ ਜਦੋਂ ਉਹਦੇ ਕੋਲ ਦੋ ਨਿਊਕਲੀਅਸ ਪ੍ਰੈਜ਼ੈਂਟ ਨੇ, ਠੀਕ ਹੈ। ਹਾਊ ਮੈਨੀ ਨਿਊਕਲੀਅਸਸ ਆਰ देयर, 2 ਨਿਊਕਲੀਅਸਸ ਆਰ देयर, ਠੀਕ ਹੈ, 2 ਨਿਊਕਲੀਅਸ ਨੇ। ਹੁਣ ਇਹਨਾਂ ਚੋਂ ਜਿਹੜਾ ਜਨਰੇਟਿਵ ਵਾਲਾ ਹੈ, ਜਦੋਂ ਇੱਕ ਪੋਲਨ ਗ੍ਰੇਨ, ਦੇਖੋ ਕਈ ਪਲਾਂਟਸ ਦੇ ਅੰਦਰ ਤਾਂ ਇਹ 2 ਤੋਂ 3 ਪਹਿਲੇ ਹੀ ਹੋ ਜਾਂਦਾ ਹੈ, ਲੇਕਿਨ ਮੋਸਟ ਆਫ ਦਾ ਪਲਾਂਟਸ ਦੇ ਅੰਦਰ ਇਹ ਨਿਊਕਲੀਅਸ ਦਾ ਨੰਬਰ 2 ਹੀ ਹੁੰਦਾ ਹੈ। ਜਦੋਂ ਇੱਕ ਪੋਲਨ ਗ੍ਰੇਨ ਸਟਿਗਮਾ ਦੇ ਉੱਪਰ ਜਾ ਕੇ ਗਿਰਦਾ ਹੈ ਤਾਂ ਉੱਥੇ ਜਾ ਕੇ ਜਿਵੇਂ ਜਿਵੇਂ ਨਿਊਟ੍ਰੀਸ਼ਨ ਲੈਂਦਾ ਹੈ, ਇਹਦਾ ਜਨਰੇਟਿਵ ਨਿਊਕਲੀਆਈ ਫੇਰ ਡਿਵਾਈਡ ਕਰਦਾ ਬੇਟੇ, ਤਾਂ ਉਹ ਟੋਟਲ 3 ਨਿਊਕਲੀਅਸ ਨੇ ਜਿਹੜੇ ਉੱਥੇ ਪ੍ਰੈਜ਼ੈਂਟ ਹੋਣਗੇ। 2 ਜਿਹੜਾ ਜਨਰੇਟਿਵ ਨਿਊਕਲੀਅਸ ਡਿਵਾਈਡ ਹੋਇਆ ਨਾ, ਜਿਹੜਾ ਜਨਰੇਟਿਵ ਨਿਊਕਲੀਅਸ ਡਿਵਾਈਡ ਹੋਇਆ, ਉਹ ਨਿਊਕਲੀਅਸ ਨੇ ਕੀ ਬਣਾਏ, 2 ਮੇਲ ਗੈਮੀਟਸ ਬਣਾਏ, that will form the 2 ਮੇਲ ਗੈਮੀਟਸ, ਠੀਕ ਹੈ, 2 ਮੇਲ ਗੈਮੀਟਸ ਬਣਾਏ। ਹੁਣ ਆਪਣੇ ਕੋਲ ਜਿਹੜਾ ਇੱਕ ਦੂਸਰਾ ਬਚਿਆ, ਉਹਨੂੰ ਆਪਾਂ ਨੇ ਕੀ ਕਿਹਾ, ਵੈਜੀਟੇਟਿਵ ਨਿਊਕਲੀਆਈ, ਜਾਂ ਉਹਨੂੰ ਆਪਾਂ ਹੋਰ ਕੀ ਕਵਾਂਗੇ, ट्यूब न्यूक्लियाई कहांगे, that we will call it as ट्यूब न्यूक्लियाई, ठीक है। एक चीज मैं तुहानू होर क्लियर करदा बेटे, जो अपना नीट दा पेपर आंदा है ना, वो मोस्टली अपना जेड़ा सिलेबस हुंदा है, that will be through your NCERT book, ठीक है। ओदा 80% कंटेंट है जेड़ा वो NCERT book च दिता हुंदा है। NCERT book वाले की करदे ने, वो एक लाइन लिख देंगे, आई शो यू NCERT also in future classes, ठीक है। कल या परसों तक मैं तुहानू नाल नाल NCERT भी रीड कराऊंगी, ठीक है। हुण की होगा बेटे, जिवें NCERT वाले ने जस्ट एक लाइन लिखती दैट द पोलन ग्रेन है जेड़ा ओने की फॉर्म कर लिया, पोलन ग्रेन ने फॉर्म करते 2 न्यूक्लियस फॉर्म करते, ठीक है। उस तो बाद इन्हें जस्ट उन्हां दी हल्की जी डिस्क्रिप्शन दे दी कि 1 सेल विल बी जनरेटिव and 1 cell will be tube nucleus, but only later on ना तो tube nucleus ना दसा ना generative दा, बस उन्हें 2 words लिखते। but अपन में clear होना चाहिए कि अगर उन्हें 2 words भी लिखते ना तो ये words भी अपने syllabus के अंदर पूरा article बन जाते, ठीक है। that is why आपा ਜਿਹੜਾ ਹੈ ਉਹ ਹਾਇਰ ਆਰਡਰ ਬੁక్స్ ਨੇ ਜਿਹੜੀ ਉਹਨਾਂ ਨੂੰ ਫੋਲੋ ਕਰਦੇ ਆ, ਐਲੀਮੈਂਟਰੀ ਹੋ ਗਿਆ ਜਿਵੇਂ ਪ੍ਰਦੀਪਸ ਹੋ ਗਿਆ, ਆਪਾਂ ਇਹ ਬੁక్స్ ਨੇ ਜਿਹੜੀਆਂ ਉਹਨਾਂ ਨੂੰ ਫੋਲੋ ਕਰ ਲੈਣੇ, ਕਿਉਂਕਿ ਉਹ ਇਹਨਾਂ ਚੀਜ਼ਾਂ ਨੂੰ ਡੈਪਥ ਦੇ ਅੰਦਰ ਦੱਸ ਦਿੰਦੇ ਆ, ਹੋਰ ਕੋਈ ਫਰਕ ਨਹੀਂ ਹੁੰਦਾ ਬੇਟੇ, ਠੀਕ ਹੈ। ਜਿਵੇਂ ਮੰਨ ਲਓ NCERT ਦੇ ਅੰਦਰ ਜਨਰੇਟਿਵ ਤੇ ਟਿਊਬ ਸਿਰਫ ਵਰਡ ਲਿਖ ਕੇ ਛੱਡਤਾ, ਉਹਨਾਂ ਨੂੰ ਅੱਗੇ ਡਿਸਕ੍ਰਾਈਬ ਨਹੀਂ ਕੀਤਾ ਉਹਨਾਂ ਨੇ, ਦੇ ਵਾਂਟ ਡਿਸਕ੍ਰਾਈਬ ਦਾ ਵਰਡਸ, ਠੀਕ ਹੈ।
ਐਲੀਮੈਂਟਰੀ ਤੇ ਪ੍ਰਦੀਪਸ ਵਾਲੇ ਕੀ ਕਰਨਗੇ, ਇਹਨਾਂ ਵਰਡਸ ਨੂੰ ਪੂਰੀ ਤਰ੍ਹਾਂ ਡਿਸਕ੍ਰਾਈਬ ਕਰ ਦਿੰਦੇ, ਨਥਿੰਗ ਐਲਸ। ਠੀਕ ਹੈ, ਤਾਂ ਆਪਾਂ ਪ੍ਰੈਕਟਿਸ ਲਈ ਜਿਹੜਾ ਹੈ ਉਹ ਬੁੱਕ ਫੋਲੋ ਕਰਾਂਗੇ। ਅਦਰਵਾਈਜ਼ ਜਿਹੜਾ ਹੈ ਬੇਟੇ ਉਹ ਆਪਾਂ ਐਨਸੀਈਆਰਟੀ ਦਾ ਕੰਟੈਂਟ ਹੀ ਚੱਕਾਂਗੇ। ਠੀਕ ਹੈ, ਪ੍ਰੈਕਟਿਸ ਤੁਹਾਨੂੰ ਮੈਂ ਕਿਤੋਂ ਵੀ ਕਰਾ ਸਕਦੀ ਹਾਂ। ਆਈ ਫੋਲੋ ਸੋ ਮੈਨੀ ਆਫ ਦ ਬੁੱਕਸ, ਮੈਂ ਤੁਹਾਨੂੰ ਨੋਟਸ ਵੀ ਦਊਂਗੀ ਸਾਰੇ ਦੇ ਸਾਰੇ ਕੰਟੈਂਟ ਦੇ। ਠੀਕ ਹੈ, ਮੈਂ ਕੱਲ ਤੁਹਾਨੂੰ ਇਨਫੋਰਮ ਕਰ ਦੂੰਗੀ ਕਿ ਤੁਸੀਂ ਆਪਣੇ ਐਮਸੀਕਿਊਜ਼ ਦੀ ਪ੍ਰੈਕਟਿਸ ਲਈ, ਜਦ ਤੱਕ ਆਪਾਂ ਬੁੱਕ ਤੁਹਾਨੂੰ ਨਹੀਂ ਮੈਂ ਸੁਜੈਸਟ ਕਰਦੀ ਨਾ, ਉਦੋਂ ਤੱਕ ਤੁਸੀਂ ਮੇਰੇ ਜਿਹੜੇ ਮੈਂ ਤੁਹਾਨੂੰ ਨੋਟਸ ਦਊਂਗੀ ਤੁਸੀਂ ਉਹਨਾਂ ਚੋਂ ਪ੍ਰੈਕਟਿਸ ਕਰਨੀ ਹੈ। ਠੀਕ ਹੈ, ਤਾਂ ਜਿੰਨਾ ਕੰਟੈਂਟ ਅੱਜ ਆਪਾਂ ਕਰ ਲਾਂਗੇ, ਹੁਣ ਮੈਂ ਨਾਲ ਨਾਲ ਤੁਹਾਨੂੰ ਕੁਐਸਚਨਸ ਦੱਸ ਰਹੀ ਹਾਂ, ਸੇਮ ਵੇ ਦੇ ਅੰਦਰ ਹੀ ਬੇਟੇ ਆਪਾਂ ਨੂੰ ਕੁਐਸਚਨਸ ਨੇ ਜਿਹੜੇ ਉਹ ਦਿੱਤੇ ਹੋਏ ਨੇ। ਹੁਣ ਦੇਖੋ, ਜਿਵੇਂ ਫੋਰ ਐਗਜ਼ਾਮਪਲ ਆਪਣੇ ਕੋਲ ਕੁਐਸਚਨਸ ਮੇਰੇ ਕੋਲ ਹੈਗੇ ਨੇ ਬੇਟੇ, ਆਈ ਹੈਵ ਦਿਸ ਕੁਐਸਚਨਸ। ਆਪਾਂ ਪਹਿਲੇ ਉਹ ਕੁਐਸਚਨਸ ਦੇਖਦੇ ਹਾਂ, ਫਿਰ ਆਪਾਂ ਲੇਟਰ ਔਨ ਕਰਦੇ ਹਾਂ। ਠੀਕ ਹੈ, ਨਾਲ ਨਾਲ ਫਿਰ ਤੁਹਾਨੂੰ ਪਤਾ ਚੱਲ ਜੂਗਾ। ਆਈ ਹੈਵ ਕੰਟੈਂਟ, ਆ ਤੁਹਾਨੂੰ ਕੰਟੈਂਟ ਵਿਜ਼ੂਅਲਾਈਜ਼ ਹੋ ਰਿਹਾ ਨਾ, ਇਹ ਸੇਮ ਟੂ ਸੇਮ ਹੈ ਜੋ ਆਪਾਂ ਪਹਿਲੇ ਵੀ ਡਿਸਕਸ ਕੀਤਾ ਹੋਇਆ। ਠੀਕ ਹੈ, ਆ ਦੇਖੋ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀਗੀ, ਆ ਡਾਇਗਰਾਮ ਵਾਲਾ ਕੁਐਸਚਨ ਹੀ ਕਰਦੇ ਆ, ਇਹ ਆਪਾਂ ਹੁਣ ਕਰ ਚੁੱਕੇ ਆ ਨਾ। ਇਨ ਦਾ ਗਿਵਨ ਫਿਗਰ, ਆ ਦੇਖੋ ਇਹ ਐਮਸੀਕਿਊ ਹੀ ਹੈ ਬੇਟੇ। ਇਨ ਦਾ ਗਿਵਨ ਫਿਗਰ A represents, ਇਸ ਡਾਇਗਰਾਮ ਦੇ ਅੰਦਰ ਦੇਖੋ ਬੇਟੇ ਤੁਹਾਨੂੰ ਵਿਜ਼ੂਅਲਾਈਜ਼ਡ ਹੈ। इस डायग्राम के अंदर बाहर चला गया ना, ए बार है, फोटो ही दिख रही है बेटे। एक मिनट मैं ਤੁਹਾਨੂੰ ड्रॉ कर दिन्नी आ, जूम छोटा कर दो। हाँ जी बेटे, आ देखो ਹੁਣ given figure ਦੇ ਅੰਦਰ, in the given figure A represents, ਆਪਣੇ ਕੋਲ ਆਪਸ਼ਨਸ ਨੇ ਜੋ ਆਪਾਂ ਹੁਣੇ ਕੀਤਾ ਹੈ, ਉਹੀ ਆਪਸ਼ਨਸ ਚ ਹੈ ਮੇਲ ਗੈਮੀਟੋਫਾਈਟ, ਫੀਮੇਲ ਗੈਮੀਟੋਫਾਈਟ। ਠੀਕ ਹੈ, ਮੰਨ ਲਓ ਆਪਣੇ ਕੋਲ ਦੋ ਹੀ ਆਪਸ਼ਨਸ ਨੇ ਇੱਥੇ। ਠੀਕ ਹੈ, ਹੁਣ ਦੇਖੋ ਸਿੱਧਾ ਹੀ ਪਹਿਲੇ ਤਾਂ ਚਾਰ ਆਪਸ਼ਨਸ ਹੋਣਗੇ, ਜਿਵੇਂ ਮੈਂ ਤੁਹਾਨੂੰ C ਆਪਸ਼ਨ ਦਿੰਨੀ ਆ, C ਆਪਸ਼ਨ ਇਜ਼ none of these। ਠੀਕ ਹੈ, D ਆਪਸ਼ਨ ਆ ਗਿਆ both A and B। ਤਾਂ ਪਹਿਲੀ ਗੱਲ ਤਾਂ ਪਿਕਚਰ ਦੇਖ ਕੇ ਹੀ ਆਪਾਂ ਨੂੰ ਕਲੀਅਰ ਹੋ ਰਿਹਾ ਹੈ ਕਿ ਇਹ ਮੇਲ ਪੋਰਸ਼ਨ ਦੀ ਡਾਇਗਰਾਮ ਹੈ। ਯੈਸ অর ਨੋ, ਮੇਲ ਪੋਰਸ਼ਨ ਦੀ ਡਾਇਗਰਾਮ ਹੈ ਨਾ। ਆ ਆਪਣੇ ਕੋਲ ਦੇਖੋ ਬੇਟੇ ਬਹੁਤ ਹੀ ਛੋਟਾ ਜਿਹਾ, ਇਫ ਯੂ ਕੈਨ ਸੀ ਔਨ ਯੋਰ ਸਕਰੀਨ, ਆਈ ਥਿੰਕ ਇਟਸ ਵਿਜ਼ੂਅਲਾਈਜ਼ਡ। ਠੀਕ ਹੈ, ਇਹ ਹੈ ਜਿਹੜਾ ਐਰੋ ਦੇ ਨਾਲ ਸ਼ੋ ਕੀਤਾ ਹੋਇਆ ਬੇਟੇ, ਇਹ ਹੈ ਜਿਹੜਾ, ਇਹ ਆਪਾਂ ਨੂੰ ਕੀ ਸ਼ੋ ਕਰ ਰਿਹਾ, ਤਾਂ ਇਹ ਮੇਲ ਗੈਮੀਟਸ ਸ਼ੋ ਕਰ ਰਿਹਾ ਨਾ। A is showing us the male gametes, ਤਾਂ A ਆਪਸ਼ਨ ਆ ਗਿਆ ਆਪਣੇ ਕੋਲ। ਐਵੇਂ ਦੇ ਕੁਐਸਚਨਸ ਆਉਂਦੇ ਨੇ ਬੇਟੇ। ਠੀਕ ਹੈ, ਦੇਖੋ ਮੈंने ਬਹੁਤ ਮਿਨੀਮਾਈਜ਼ ਕੀਤਾ ਹੈ। A is visible now, ਐਰੋ ਤਾਂ ਵਿਜ਼ੀਬਲ ਹੋਊਗਾ ਨਾ। ਠੀਕ ਹੈ, ਐਰੋ ਵਿਜ਼ੀਬਲ ਹੈ ਤਾਂ ਐਰੋ ਦੇ ਬਸ ਇੱਥੇ A ਲਿਖਿਆ ਹੋਇਆ ਦਿਸ ਸਾਈਡ। ਠੀਕ ਹੈ, ਮੇਰੇ ਕਰਸਰ ਤੇ ਦੇਖੋ A ਲਿਖਿਆ ਹੋਇਆ ਹੈ, ਤਾਂ ਇਹ ਕਿਉਂਕਿ ਇਹ ਮੇਲ ਦਾ ਪੋਰਸ਼ਨ ਹੈ, ਤਾਂ ਮੇਲ ਪੋਰਸ਼ਨ ਦੇ ਅੰਦਰ ਫੀਮੇਲ ਦਾ ਤਾਂ ਕੋਈ ਕੰਮ ਹੀ ਨਹੀਂ ਹੈਗਾ ਨਾ। ਤਾਂ ਇਸ ਜਗ੍ਹਾ ਤੇ ਕੀ ਆ ਗਿਆ, ਮੇਲ ਗੈਮੀਟੋਫਾਈਟਸ ਆ ਗਿਆ। ਤਾਂ these are the male gametophytes, A is the option। C and D, ਹੁਣ ਦੇਖੋ ਆਪਣੇ ਕੋਲ ਦੋ ਆਪਸ਼ਨਸ ਹੁੰਦੀਆਂ ਨੇ ਕੋਈ ਵੀ ਐਮਸੀਕਿਊ ਨੂੰ ਸੋਲਵ ਕਰਨ ਦੀਆਂ। One is, ਜਾਂ ਤਾਂ ਆਪਾਂ ਨੂੰ ਸਿੱਧਾ ਕਲੀਅਰ ਕੱਟ ਆਨਸਰ ਹੀ ਪਤਾ ਹੈ। ਹੁਣ ਜਿਵੇਂ ਇਸ ਕੁਐਸਚਨ 'ਚ ਆਪਾਂ ਦੇਖਿਆ, ਆਪਾਂ ਨੂੰ ਸਿੱਧਾ ਕਲੀਅਰ ਕੱਟ ਆਨਸਰ ਪਤਾ ਹੈ ਕਿ ਇਹ ਮੇਲ ਗੈਮੀਟੋਫਾਈਟ ਹੈ। ਮੰਨ ਲਓ ਸਪੋਜ਼ ਆਪਾਂ ਨੂੰ ਆਨਸਰ ਨਹੀਂ ਪਤਾ ਚੱਲ ਰਿਹਾ ਵੀ ਇਹ ਡਾਇਗਰਾਮ ਕਿਹਦੀ ਹੈ, ਮੈਨੂੰ ਕਲੀਅਰ ਨਹੀਂ ਹੋ ਰਿਹਾ ਇਹ ਡਾਇਗਰਾਮ ਕਿਸ ਚੀਜ਼ ਦੀ ਹੈ, ਫਿਰ ਆਪਾਂ ਆਪਸ਼ਨਸ ਕੈਨਸਲ ਕਰਾਂਗੇ। ਪਹਿਲੀ ਆਪਸ਼ਨ ਫੀਮੇਲ ਗੈਮੀਟੋਫਾਈਟ, ਕਿਉਂਕਿ ਆਪਾਂ ਦੇਖਿਆ, ਆ ਦੇਖ ਕੇ ਪਤਾ ਚੱਲ ਗਿਆ ਵੀ ਇਹ ਐਂਥਰ ਦਾ ਡਾਇਗਰਾਮ ਹੈ, ਤਾਂ ਫੀਮੇਲ ਵਾਲਾ ਆਪਸ਼ਨ ਤਾਂ ਕੱਟਿਆ ਹੀ ਗਿਆ। ਜੇ ਫੀਮੇਲ ਵਾਲਾ ਆਪਸ਼ਨ ਕੱਟਿਆ ਗਿਆ ਤਾਂ ਮੈਂ C ਆਪਸ਼ਨ ਕੀ ਦਿੱਤਾ ਸੀਗਾ, both A and B, ਤਾਂ A and B ਤਾਂ ਹੈ ਹੀ ਨਹੀਂ, none of these ਵੀ ਨਹੀਂ ਹੈਗਾ, ਕਿਉਂਕਿ ਇਹ ਮੇਲ ਦਾ ਡਾਇਗਰਾਮ ਵਿਜ਼ੂਅਲਾਈਜ਼ ਹੋ ਰਿਹਾ ਹੈ। ਤਾਂ ਆਪਣੇ ਕੋਲ ਕੀ ਆਂਸਰ ਆ ਗਿਆ ਬੇਟੇ, ਆਂਸਰ ਵਿਲ ਬੀ A ਆ ਗਿਆ, ਮੇਲ ਗੈਮੀਟੋਫਾਈਟਸ। ਠੀਕ ਹੈ, ਹੁਣ ਆ ਜਾਓ ਬੇਟੇ फोर्थ क्वेश्चन बोल रही हूं मैं, फोर्थ द इनर मोस्ट। ਇਹ क्वेश्चन सिर्फ ਉਨੇ ਹੀ ਡਿਸਕਸ ਕਰ ਰਹੀ ਹਾਂ ਜਿੰਨਾ ਪਾਰਟ ਅੱਜ ਆਪਾਂ ਹੁਣੇ ਡਿਸਕਸ ਕੀਤਾ ਸੀ ਬੇਟੇ। the innermost wall layer of pollen sac is tapetum and its function is in। ਇਹਦਾ ਫੰਕਸ਼ਨ ਕੀ ਹੈ ਬੇਟੇ ਟੈਪੇਟਮ ਦਾ, ਤਾਂ ਟੈਪੇਟਮ ਦਾ ਕੀ ਫੰਕਸ਼ਨ ਸੀਗਾ ਕਿ ਟੈਪੇਟਮ ਪ੍ਰੋਟੈਕਸ਼ਨ ਦਿੰਦੀ ਹੈ। ਮੈਂ ਹੁਣੇ ਕਿਹਾ ਕਿ ਪ੍ਰੋਟੈਕਸ਼ਨ ਲਈ ਤਾਂ ਆਊਟਰ 3 ਲੇਅਰਸ ਨੇ। ਡੇਹੀਸੈਂਸ ਕੌਣ ਕਰਦਾ ਹੈ, ਡੇਹੀਸੈਂਸ ਤਾਂ ਆਪਾਂ ਨੇ ਪਹਿਲਾਂ ਵੀ ਪੜਿਆ ਹੋਇਆ ਕਿ ਆਊਟਰ ਵਾਲਸ ਹੀ ਰਪਚਰ ਹੋ ਕੇ ਡੇਹੀਸੈਂਸ ਕਰਦੀਆਂ ਨੇ, ਤੇ ਮਕੈਨੀਕਲ ਸਟਰੈਂਥ ਵੀ ਆਊਟਰ ਵਾਲਸ ਹੀ ਪ੍ਰੋਵਾਈਡ ਕਰ ਰਹੀਆਂ ਨੇ। ਤਾਂ ਟੈਪੇਟਮ ਕੀ ਪ੍ਰੋਵਾਈਡ ਕਰ ਰਿਹਾ ਬੇਟੇ, ਟੈਪੇਟਮ ਆਪਾਂ ਨੂੰ ਨਿਊਟ੍ਰੀਸ਼ਨ ਪ੍ਰੋਵਾਈਡ ਕਰ ਰਿਹਾ। ਠੀਕ ਹੈ,
ठीक है। तो टैपेटम ਆਪਾਂ ਨੂੰ ਕੀ ਦੇ ਰਿਹਾ ਬੇਟੇ, ਟੈਪੇਟਮ ਇਜ਼ ਪ੍ਰੋਵਾਈਡਿੰਗ ਅਸ ਵਿਦ ਦਾ ਨਿਊਟ੍ਰੀਸ਼ਨ। ਠੀਕ ਹੈ, ਟੈਪੇਟਮ ਨਿਊਟ੍ਰੀਸ਼ਨ ਦੇ ਰਿਹਾ। ਪਿਛਲੇ ਕੁਐਸਚਨ ਚ ਦੁਬਾਰਾ ਦੇਖੋ, ਆ ਆਪਾਂ ਨੂੰ ਕੀ ਸ਼ੋ ਕਰ ਰਿਹਾ ਸੀਗਾ, ਦਿਸ ਪੋਰਸ਼ਨ ਤਾਂ ਇਹ ਆਪਾਂ ਨੂੰ ਮੇਲ ਦੇ ਗੈਮੀਟਸ ਸ਼ੋ ਕਰ ਰਿਹਾ ਸੀਗਾ। ਦਿਸ ਪੋਰਸ਼ਨ ਇਜ਼ ਸ਼ੋਇੰਗ ਅਸ ਦਾ ਗੈਮੀਟਸ ਆਫ ਦਾ ਮੇਲ। ਠੀਕ ਹੈ, ਹੁਣ ਬੇਟੇ ਨੈਕਸਟ ਚੱਲਦੇ ਆ ਆਪਣੇ ਕੋਲ। ਨੈਕਸਟ ਹੈ ਬੇਟੇ ਇਨ हाँ, एंड प्रोडक्ट्स ऑफ सेक्सुअल रिप्रोडक्शन आर। एंड प्रोडक्ट्स वैसे आप डिस्कस नहीं किया, बट तुसी पहले चैप्टर कर रखे हैं, इस करके आप हुण डिस्कस कर रहे हैं। ठीक है, एंड प्रोडक्ट्स ऑफ सेक्सुअल रिप्रोडक्शन आर, केड़े-केड़े एंड प्रोडक्ट्स हुंदे ने? फ्रूट्स एंड सीड्स। लास्ट च की बनूगा सेक्सुअल रिप्रोडक्शन दे अंदर? कल्ले फ्रूट्स बननगे, फ्लावर्स बननगे, सीड्स बननगे कल्ले। ਤਾਂ ਆਪਾਂ ਨੇ ਪੜਿਆ ਹੋਇਆ ਨਾ ਫਰੂਟਸ ਐਂਡ ਸੀਡਸ, ਆਪਾਂ ਇਸ ਚੈਪਟਰ ਦੇ ਲਾਸਟ ਵਿੱਚ ਗਏ ਹੋਏ ਆ। ਆਪਾਂ ਨੇ ਕਿਹਾ ਹੋਇਆ ਕਿ ਫਰੂਟਸ ਐਂਡ ਸੀਡਸ, ਵੈਸੇ ਇਹ ਕੁਐਸਚਨ ਅੱਜ ਦੇ ਟੌਪਿਕ ਦੇ ਨਾਲ ਰਿਲੇਟਡ ਨਹੀਂ ਹੈ, ਬਟ ਇਹ ਚੈਪਟਰ ਆਪਾਂ ਪਹਿਲੇ ਟੈਸਟ ਵੀ ਦੇ ਚੁੱਕੇ ਆ, ਇਸ ਕਰਕੇ ਮੈਂ ਇਹਨੂੰ ਇਨਕਲੂਡ ਕਰ ਲਿਆ। ਠੀਕ ਹੈ, ਹੁਣ ਦੇਖੋ ਨੈਕਸਟ ਕੁਐਸਚਨ ਹੈ, ਇਹ ਆਪਾਂ ਜਿਹੜਾ ਸੈਕੰਡ ਤੇ ਫੋਰਥ ਕੁਐਸਚਨ, ਥਰਡ ਕੁਐਸਚਨ ਨੇ ਬੇਟੇ, ਇਹ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ। ਠੀਕ ਹੈ, ਹੁਣ ਆਪਣੇ ਕੋਲ ਹੈ, ਆਪਾਂ ਨੈਕਸਟ ਚੱਲਦੇ ਆ। देखो सेम वही क्वेश्चंस आ गए ना ਜਿਹੜੇ ਜਿਹੜੇ ਆਪਾਂ ਨੇ ਡਿਸਕਸ ਕੀਤੇ। ਤਾਂ ਆਪਣੇ ਜਿਹੜੇ ਪ੍ਰੈਕਟਿਸ ਕੁਐਸਚਨਸ ਨੇ ਬੇਟੇ, ਉਹਨਾਂ ਦੇ ਅੰਦਰ ਵੀ ਆਹੀ ਕੁਐਸਚਨਸ ਨੇ, ਜਿਵੇਂ ਤੇ ਮੈਂ ਨਾਲ ਨਾਲ ਦੱਸਦੀ ਜਾਊਂਗੀ ਉਹੀ ਕੁਐਸਚਨਸ ਨੇ। ਵੈਸੇ ਮੈਨੀ ਆਫ ਦਾ ਕੁਐਸਚਨਸ ਜਦੋਂ ਆਪਾਂ ਆਪਣੇ ਸਬਜੈਕਟਿਵ ਦਾ ਕਰ ਰਹੇ ਹੁੰਨੇ ਆ, ਤਾਂ ਮੈਂ ਉਦੋਂ ਨਾਲ ਨਾਲ ਵੀ ਦੱਸ ਦਿੰਨੀ ਆ ਕਿ ਹਾਂਜੀ ਇਹ ਐਵੇਂ ਦੇ ਕੁਐਸਚਨਸ ਨੇ ਜਿਹੜੇ ਉਹ ਆਪਾਂ ਨੂੰ ਆ ਸਕਦੇ ਨੇ। ਠੀਕ ਹੈ, ਹੁਣ ਦੇਖੋ ਬੇਟੇ ਆਪਣੇ ਕੋਲ ਕੀ ਆ ਗਿਆ, which represents male and female reproductive system organs respectively in angiosperms। ਇਹ ਕੁਐਸਚਨ ਅੱਜ ਆਪਾਂ ਕਰ ਚੁੱਕੇ ਹਾਂ। ਠੀਕ ਹੈ, you can also answer me, ਤੁਸੀਂ ਮੈਨੂੰ ਚੈਟ ਬਾਕਸ 'ਚ ਡ੍ਰੌਪ ਵੀ ਕਰ ਸਕਦੇ ਹੋ। ਫਰਸਟ ਆਪਸ਼ਨ ਹੈ ਬੇਟੇ ਐਂਡਰੋਸ਼ੀਅਮ, ਸੈਕੰਡ ਆਪਸ਼ਨ ਹੈ ਗਾਇਨੋਸ਼ੀਅਮ, ਬੀ ਆਪਸ਼ਨ ਆ ਗਿਆ ਫਿਲਾਮੈਂਟ ਐਂਡ ਸਟਾਈਲ। ਠੀਕ ਹੈ, ਤਾਂ ਦੇਖੋ ਫਿਲਾਮੈਂਟ ਕਿਹਦਾ ਪਾਰਟ ਹੈ, ਇਥੋਂ ਆਪਾਂ ਬਾਈ ਆਪਸ਼ਨ ਕਰੀਏ ਤਾਂ ਫਿਲਾਮੈਂਟ ਤਾਂ ਮੇਲ ਦਾ ਪਾਰਟ ਹੁੰਦਾ ਹੈ, ਸਟਿਗਮਾ ਤੇ ਸਟਾਈਲ ਤਾਂ ਫੀਮੇਲ ਦਾ ਪਾਰਟ ਹੈ। ਪੋਲਨ ਗ੍ਰੇਨ ਐਂਡ ਓਵਿਊਲ, ਪੋਲਨ ਗ੍ਰੇਨ ਐਂਡ ਓਵਿਊਲ ਕੀ ਆ ਗਏ, ਪੋਲਨ ਗ੍ਰੇਨ ਅਲੱਗ ਹੈ, ਓਵਿਊਲ ਅਲੱਗ ਹੈ। ਆਲ ਆਫ ਦਾ ਅਬਵ ਇਹ ਵੀ ਨਹੀਂ ਹੋ ਸਕਦਾ। ਤਾਂ ਮੇਲ ਤੇ ਫੀਮੇਲ ਰੀਪਰੋਡਕਟਿਵ ਆਰਗਨਸ ਨੂੰ ਆਪਾਂ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਆ, ਐਂਡਰੋਸ਼ੀਅਮ ਐਂਡ ਗਾਇਨੋਸ਼ੀਅਮ ਦੇ ਨਾਲ। ਠੀਕ ਹੈ, ਤਾਂ ਅੱਜ ਬੇਟੇ ਆਪਾਂ ਨੇ ਕੀ ਕੀਤਾ, ਅੱਜ ਆਪਾਂ ਨੇ 5 ਕੁਐਸਚਨਸ ਨੇ ਜਿਹੜੇ ਉਹ ਡਿਸਕਸ ਕੀਤੇ ਆਲਮੋਸਟ ਐਂਡ ਇੱਕ ਟੌਪਿਕ ਹੈ ਜਿਹੜਾ ਉਹ ਆਪਾਂ ਨੇ ਕਵਰ ਕਰ ਲਿਆ। ਦੈਟ ਇਜ਼ ਨਾਟ ਕਵਰ ਨਹੀਂ ਕਹਿ ਸਕਦੇ ਪੂਰੀ ਤਰ੍ਹਾਂ, ਬਟ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਾਂ ਨੇ ਇੱਕ ਟੌਪਿਕ ਦਾ ਹਾਫ ਪਾਰਟ ਹੈ ਜਿਹੜਾ ਉਹ ਆਪਾਂ ਡਿਸਕਸ ਕਰ ਲਿਆ, ਦੈਟ ਇਜ਼ ਮੇਲ ਰੀਪਰੋਡਕਟਿਵ ਸਿਸਟਮ। ਠੀਕ ਹੈ, ਮਾਈਕਰੋਸਪੋਰੋਜੈਨੇਸਿਸ ਦਾ ਕੁਝ ਪਾਰਟ ਆਪਾਂ ਨੇ ਅੱਜ ਟੱਚ ਕੀਤਾ ਹੈ। ਠੀਕ ਹੈ, ਟੱਚ ਨਹੀਂ ਕੀਤਾ ਹੈ, not we have gone in so much of the details। ਠੀਕ ਹੈ, ਤਾਂ ਆਪਾਂ ਡਿਟੇਲਸ ਕਮਿੰਗ ਕਲਾਸਿਸ ਦੇ ਅੰਦਰ ਨਾਲ ਨਾਲ ਹੋਰ ਡਿਸਕਸ ਕਰਾਂਗੇ। ਮੈਂ ਤੁਹਾਨੂੰ ਕੱਲ ਮੈਸੇਜ ਵੀ ਕਰੂੰਗੀ, ਤੁਸੀਂ ਆਪਣੇ ਆਪਣੇ ਪ੍ਰੈਕਟਿਸ ਕੁਐਸਚਨਸ ਨੇ ਜਿਹੜੇ ਬੇਟੇ ਉਹ ਗਰਗ ਫੋਟੋ ਸਟੇਟ ਤੋਂ ਲੈ ਲਿਓ। ਤੇ ਅੱਜ ਬੇਟੇ ਤੁਹਾਡਾ ਹੋਮਵਰਕ ਕੀ ਹੈ, ਤੁਹਾਡੀਆਂ ਜਿਹੜੀ ਤੁਹਾਡੇ ਕੋਲ ਜੋ ਵੀ ਹੈਲਪਿੰਗ ਬੁੱਕ ਹੈ ਨਾ, ਚਾਹੇ ਪ੍ਰਦੀਪ ਹੈ ਚਾਹੇ ਐਲੀਮੈਂਟਰੀ ਹੈ, ਉਹਦੇ ਪਿੱਛੇ ਬਹੁਤ ਸਾਰੇ ਐਸਰਸ਼ਨ ਤੇ ਬਹੁਤ ਸਾਰੇ ਮਲਟੀਪਲ ਚੁਆਇਸ ਦਿੱਤੇ ਹੁੰਦੇ। ਉਹ ਸਿਰਫ ਅੱਜ ਦਾ ਕੰਮ ਹੈ, ਵੈਸੇ ਅੱਗੇ ਪਿੱਛੇ ਵੀ ਕਰਨੇ, ਕਿਉਂਕਿ ਪ੍ਰੈਕਟਿਸ ਤਾਂ ਕਿਤੋਂ ਦੀ ਵੀ ਕਰ ਸਕਦੇ ਆ ਨਾ। ਤਾਂ ਜੋ ਵੀ ਤੁਹਾਡੇ ਕੋਲ ਹੈਲਪਿੰਗ ਬੁੱਕ ਹੈ ਉਹਦੇ ਵਿੱਚੋਂ ਤੁਸੀਂ ਇਸ ਚੈਪਟਰ ਦੇ MCQs ਨੇ ਜਿਹੜੇ ਉਹ ਡਿਸਕਸ ਕਰਨੇ ਆ। ਮੈਨੂੰ ਮੈਸੇਜ ਡ੍ਰੌਪ ਕਰ ਦਿਓ ਬੇਟੇ, ਜਿਹੜਾ ਨਹੀਂ ਸੋਲਵ ਹੋਇਆ ਉਹ ਆਪਾਂ ਕੱਲ ਡਿਸਕਸ ਕਰਾਂਗੇ ਕੱਲ ਦੀ ਕਲਾਸ ਦੇ ਅੰਦਰ। ਵੀਕ ਦੇ ਅੰਦਰ 3 ਕਲਾसेस ਮੈਂ ਲਗਾਉਂਗੀ, ਇੱਕ ਆਪਾਂ ਡਾਊਟ ਸੈਸ਼ਨ ਰੱਖਿਆ ਕਰਾਂਗੇ, ਇੱਕ ਦਿਨ ਆਪਾਂ ਟੈਸਟ ਰੱਖਿਆ ਕਰਾਂਗੇ। ਠੀਕ ਹੈ, ਟੈਸਟ ਜਿਹੜਾ ਹੈ ਉਹਦਾ ਫਾਰਮੈਟ ਆਪਾਂ ਦੇਖਦੇ ਹਾਂ ਕਿ ਕਿਵੇਂ ਕਰਨਾ ਹੈ, ਆਨਲਾਈਨ ਆਫਲਾਈਨ ਵਾਲਾ। ਠੀਕ ਹੈ, ਤਾਂ ਟੈਸਟ ਵੈਸੇ ਤਾਂ ਪ੍ਰੋਬੇਬਿਲਿਟੀ ਤਾਂ ਆਪਣੀ ਆਨਲਾਈਨ ਦੀ ਹੈ, ਪਰ ਉਹ ਮੈਂ ਦੇਖਦੀ ਹਾਂ ਕਿ ਅਗਰ ਮੈਂ ਆਨਲਾਈਨ MCQs ਡਿਜ਼ਾਈਨ ਕਰ ਪਾਈ ਹੈ, ਤੁਹਾਨੂੰ ਮੈਂ ਫੋਟੋਜ਼ ਕਲਿੱਕ ਕਰਕੇ ਭੇਜ ਦਿੰਦੀ। मैम किन्ने को वजे लेके जाइए कल फिर गर्ल फोटो स्टेट तो कॉपीज? ਬੇਟੇ ਕਾਪੀਜ਼ ਨੇ ਜਿਹੜੀਆਂ ਉਹ ਮੈਂ ਤੁਹਾਨੂੰ ਮੈਸੇਜ ਡ੍ਰੌਪ ਕਰੂੰਗੀ ਆਪਣੇ ਨੀਟ ਵਾਲੇ, ਜੋ ਵੀ ਆਪਣੀ ਨੀਟ ਦੀ ਇਨਫੋਰਮੇਸ਼ਨ ਹੋਊਗੀ ਨਾ, ਜੋ ਆਪਣਾ ਨੀਟ ਵਾਲਾ ਗਰੁੱਪ ਹੈ, ਮੈਂ ਉਹਦੇ ਅੰਦਰ ਹੀ ਤੁਹਾਨੂੰ ਮੈਸੇਜ ਸੈਂਡ ਕਰੂੰਗੀ। ਕਿ ਤੁਸੀਂ ਜੋ ਵੀ ਮੈਨੂੰ ਕੋਈ ਕੁਐਰੀ ਹੈ, ਕੁਝ ਵੀ ਤੁਸੀਂ ਮੈਨੂੰ ਪੁੱਛਣਾ ਬੇਟੇ, ਤੁਸੀਂ ਮੈਨੂੰ ਮੇਰੇ ਹੀ ਚੈਟ ਬਾਕਸ 'ਚ, ਮਤਲਬ ਜੋ ਆਪਣਾ ਪਰਸਨਲ ਵਾਲਾ ਹੋਊਗਾ, ਤੁਸੀਂ ਮੈਨੂੰ ਉਹਦੇ 'ਚ
ਮੈਸੇਜ ਡ੍ਰੌਪ ਕਰ ਦਿਓ, ਚਾਹੇ ਮੈਨੂੰ ਗਰੁੱਪ 'ਚ ਵੀ ਡ੍ਰੌਪ ਕਰੋਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਠੀਕ ਹੈ। ਤਾਂ ਅੱਜ ਆਪਾਂ 5 ਕੁਐਸਚਨ ਸਿਰਫ 5 ਕੁਐਸਚਨ ਤਾਂ ਡਿਸਕਸ ਕੀਤੇ ਆ ਬੇਟੇ, ਕਿਉਂਕਿ ਅੱਜ ਆਪਣਾ ਫਰਸਟ ਡੇ ਸੀਗਾ। ਮੈਂ ਵੀ ਟੈਕਨੀਕਲੀ ਇਹਨਾਂ ਚੀਜ਼ਾਂ ਨੂੰ ਅੱਜ ਪੂਰੀ ਤਰ੍ਹਾਂ ਹੋਰ ਪ੍ਰੈਕਟਿਸ ਕਰ ਲੂੰਗੀ, ਤਾਂ ਕੱਲ ਪਰਸੋਂ ਤੋਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਵੈਸੇ ਤੁਹਾਨੂੰ ਸਾਰਿਆਂ ਨੂੰ ਕਨੈਕਸ਼ਨ 'ਚ ਤਾਂ ਕੋਈ ਪ੍ਰੋਬਲਮ ਨਹੀਂ ਆਈ ਨਾ ਬੇਟੇ? ਯੂ ਕੈਨ ਰਿਪਲਾਈ ਮੀ। ऑडिबल है ना बेटे सारियां नू? समझ आ रहे हैं बेटे? हरसिमरन, कार्तिक, कशिश, सिमरन, ओके बेटे, ठीक है बेटे। हाँ बस जिवें अज तुसीं मैनूं ऑप्शंस दे आंसर जिहड़े क्वेश्चंस ने उन्हां दे ऑप्शंस भेजे ना, एवें रोज ऑप्शंस भेजने ने ताकि मैनूं नाल-नाल क्लीयर हुंदा जाऊगा। तां इक्को ही टॉपिक डिस्कस कीता है, उहनूं टच कीता अज आपां ने, तुसीं अज उहनूं पूरी डिटेल च ਉਹਨੂੰ ਰੀਡ ਕਰ ਲਿਓ। ਆਪਾਂ ਉਹਨੂੰ ਹੋਰ ਵੀ ਡਿਟੇਲ ਚ ਸਟੱਡੀ ਕਰਾਂਗੇ, ਨਾਲੇ ਮੈਂ ਤੁਹਾਨੂੰ ਕੁਐਸਚਨਸ ਨੇ ਜਿਹੜੇ ਉਹ ਫੋਟੋ ਸਟੇਟਸ ਦਊਂਗੀ। ਜਦ ਤੱਕ ਮੈਂ ਤੁਹਾਨੂੰ ਬੁੱਕ ਨਹੀਂ ਸੁਜੈਸਟ ਕਰਦੀ ਉਦ ਤੱਕ ਮੈਂ ਤੁਹਾਨੂੰ ਆਪ ਐਮਸੀਕਿਊਜ਼ ਪ੍ਰੋਵਾਈਡ ਕਰੂੰਗੀ ਬੇਟੇ। ਉਸ ਤੋਂ ਬਾਅਦ ਆਪਾਂ ਜਿਹੜਾ ਹੈ ਤੁਹਾਨੂੰ ਮੈਂ ਬੁੱਕ ਰეკਮੈਂਡ ਕਰਤੀ, ਫਿਰ ਆਪਾਂ ਉਸੇ ਬੁੱਕ ਚੋਂ ਪ੍ਰੈਕਟਿਸ ਕਰਾਂਗੇ, ਠੀਕ ਹੈ। ਟੈਸਟ ਮੈਂ ਕਿਤੋਂ ਵੀ ਲੈ ਸਕਦੀ ਹਾਂ, ਇੱਕ ਤੁਹਾਨੂੰ ਮੈਂ ਪ੍ਰੈਕਟਿਸ ਬੁੱਕ ਸੁਜੈਸਟ ਕਰੂੰਗੀ, ਠੀਕ ਹੈ। ਤਾਂ ਅੱਜ ਵਾਲੇ ਸੈਸ਼ਨ ਚ ਬੇਟੇ ਜੋ ਵੀ ਡਾਊਟਸ ਹੋਣਗੇ, ਜੇ ਤਾਂ ਹੁਣੇ ਹੀ ਹੈ ਤਾਂ ਤੁਸੀਂ ਮੈਨੂੰ ਹੁਣੇ ਪੁੱਛ ਲਓ, ਨਹੀਂ ਤਾਂ ਤੁਸੀਂ ਮੈਨੂੰ ਮੈਸੇਜ ਡ੍ਰੌਪ ਕਰ ਦਿਓ, ਆਪਾਂ ਕੱਲ ਦੀ ਕਲਾਸ ਚ ਡਿਸਕਸ ਕਰ ਲਾਂਗੇ। ਕਲਾਸ ਤੋਂ 5 ਜਿਹੜੇ ਫਸਟ 5 ਮਿੰਟਸ ਹੋਣਗੇ ਉਹਦੇ ਵਿੱਚ ਮੈਂ ਤੁਹਾਡੇ ਡਾਊਟਸ ਲਿਆ ਕਰੂੰਗੀ, ਠੀਕ ਹੈ। ਫਸਟ 5 to 10 ਮਿੰਟਸ ਆਈ ਟੇਕ ਯੋਰ ਡਾਊਟਸ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਹੈ ਆਪਾਂ ਮੇਨ ਆਪਣੀ ਕਲਾਸ ਵੱਲ ਫੋਕਸ ਕਰਿਆ ਕਰਾਂਗੇ, ਠੀਕ ਹੈ। ਓਕੇ, ਇਜ਼ ਦੈਟ ਓਕੇ ਟੂ ਆਲ ਆਫ ਯੂ? यस मैम। चलो ओके बेटे, कल मिलते हैं। जे कोई भी डाउट होया आज वाले टॉपिक चो पहले इनू रीड कर लो, रीड करन तो बाद जो भी तुहाडे डाउट्स क्रिएट होणगे तुसी मैनू कल क्लास स्टार्ट होण लगे 5 to 7 मिनट्स आपां डाउट रखांगे, ठीक है। रोज डाउट्स लऊंगी प्लस एक एक्स्ट्रा डाउट सेशन भी रखांगे। तुसी उस सेशन च अगर डाउट्स मान लो सपोज कई बारी नहीं होए तां उस डाउट सेशन नू आपां क्लास च कन्वर्ट कर दांगे, ठीक है। मतलब 5 days क्लास लगाऊंगी, 1 day टेस्ट विल बी देयर एंड 1 day संडे प्रोबेबली ऑफ रखा करांगे ताकि तुसी अपना सारा समराइज कर लो, ठीक है। मंडे नू टेस्ट लिया करूंगी, बाकी जेड़ा है अपने जेड़े डेज ने उन्हां च आपां टेस्ट जेड़ा है अपना रिवाइज करया करेंगे। ओके बेटे, गुड बाय। मैं ऑफ कर लीव कर रही हूं बेटे सेशन। थोड़े जो भी डाउट्स होए तुसी मैनू अपने मैसेजेस ड्रॉप कर दियो।